ਕਹਿੰਦੇ ਨੇ ਕਿ ਜੇਕਰ ਗੁਰੂ ਚਰਨਾਂ ਦੇ ਵਿੱਚ ਸ਼ਰਧਾ ਤੇ ਭਾਵਨਾ ਦੇ ਨਾਲ ਅਰਦਾਸ ਕੀਤੀ ਜਾਵੇ ਤਾਂ ਗੁਰੂ ਸਾਹਿਬ ਨਾ ਸਿਰਫ ਤੁਹਾਨੂੰ ਖੁਸ਼ੀਆਂ ਤੁਹਾਡੀ ਝੋਲੀ 'ਚ ਪਾਉਂਦੇ ਨੇ ਬਲਕਿ ਤੁਹਾਡੇ ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਵੀ ਕਰਦੇ ਨੇ। ਅੱਜ ਅਸੀਂ ਇੱਕ ਅਜਿਹੇ ਪਵਿੱਤਰ ਸਥਾਨ ਦੇ ਉੱਤੇ ਮੌਜੂਦ ਹਾਂ ਜਿਸ ਸਥਾਨ ਨੂੰ ਸਾਹਿਬ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਤੇ ਛੇਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬਾਂ ਦੇ ਵੱਲੋਂ ਇਸ ਸਥਾਨ ਨੂੰ ਅਜਿਹਾ ਵਰ ਵੀ ਦਿੱਤਾ ਗਿਆ ਹੈ। ਸੰਗਤਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਸਾਨੂੰ ਪਾਣੀ ਦੀ ਲੋੜ ਹੈ, ਪਾਣੀ ਦੀ ਔਖਿਆਈ ਹੈ ਤੇ ਸਾਨੂੰ ਪਾਣੀ ਦਾ ਪ੍ਰਬੰਧ ਕਰਕੇ ਦਿਓ। ਗੁਰੂ ਸਾਹਿਬ ਜੀ ਨੇ ਸੰਗਤਾਂ ਦੀ ਜਿਹੜੀ ਬੇਨਤੀ ਹੈ ਉਹ ਪ੍ਰਵਾਨ ਕੀਤੀ। ਗੁਰੂ ਸਾਹਿਬ ਜੀ ਨੇ ਇਸ ਖੂਹ ਨੂੰ ਅਨੇਕਾਂ ਵਾਰ ਦਿੰਦਿਆਂ ਫਰਮਾਇਆ ਕਿ ਜਿਹੜਾ ਵੀ ਜੀਵ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸਦੇ ਮਾਨਸਿਕ ਅਤੇ ਜਿਹੜੇ ਤਨ ਦੇ ਰੋਗ ਹਨ ਉਹ ਠੀਕ ਹੋ ਜਾਣਗੇ। ਬਚਨ ਕੀਤਾ ਗੁਰੂ ਸਾਹਿਬ ਜੀ ਨੇ ਕਿ ਜਿਹੜਾ ਵੀ ਗੜਵਾ ਜਿਹੜਾ ਗੰਗਾ ਦੇ ਵਿੱਚ ਗਿਰਿਆ ਹੈ ਅਸੀਂ ਇਸ ਖੂਹ ਦੇ ਵਿੱਚੋਂ ਹੀ ਕਢਾ ਲਵਾਂਗੇ। ਗੁਰੂ ਸਾਹਿਬ ਜੀ ਇਸ ਖੂਹ ਦੇ ਕੋਲ ਉੱਠ ਕੇ ਆਏ ਤੇ ਬਚਨ ਕੀਤਾ ਹੈ ਗੰਗਾ ਜਿਹੜਾ ਗੜਵਾ ਸਾਡਾ ਉੱਥੇ ਲਿਖਾ ਹੈ ਉਹ ਇਸ ਖੂਹ ਦੇ ਵਿੱਚੋਂ ਦੇ ਦਿਓ। ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਦੇ ਕੇ ਉਹਦੇ ਕੋਲੋਂ ਉਹ ਜਿਹੜਾ ਹੈ ਉਹਦੇ ਹੱਥੀ ਉਹ ਜਿਹੜਾ ਗੜਵਾ ਉੱਥੇ ਡਿੱਗਿਆ ਸੀ ਹਰਿਦੁਆਰ ਗੰਗਾ ਨਦੀ ਵਿੱਚ ਉਹ ਇਸ ਖੂਹ ਦੇ ਵਿੱਚੋਂ ਪ੍ਰਗਟ ਕਰਵਾਇਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਚੌਥੀ ਜੰਗ ਲੜੀ ਆ। ਬਹੁਤ ਹੀ ਇਤਿਹਾਸਕ ਸ਼ਹਿਰ ਆ ਜੋ ਪੰਜਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਕਰਤਾਰਪੁਰ ਸ਼ਹਿਰ। ਜਿਹੜਾ ਇੱਥੇ ਨਹੀਂ ਆ ਸਕਦਾ ਉਹ ਜਲ ਨਾਲ ਵੀ ਅਸੀਂ ਨਾ ਕਰ ਸਕਦਾ ਘਰ ਜਾ ਕੇ। ਹਾਂ ਉਹਦਾ ਵੀ ਘਰ ਜਾ ਕੇ ਵੀ ਉੱਥੇ ਵੀ ਠੀਕ ਹੁੰਦਾ। ਇੱਥੇ ਇਹਨਾਂ ਨੇ ਪੰਡਤ ਜੀ ਨੇ ਲੋਟਾ ਕੱਢੇ ਆਪਣੇ ਫਿਰ ਕਹਿੰਦਾ ਵੀ ਜਿਹੜੀ ਜਦੋਂ ਗੰਗਾ ਇੱਥੇ ਪ੍ਰਗਟ ਹੋਈ ਤੇ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੀ ਇੱਥੇ ਵੀ ਮਹਾਦੇਵ ਦੇ ਵੀ ਦਰਸ਼ਨ ਫਿਰ ਕਹਿੰਦੇ ਵੀ ਤਾਂ ਕਰਕੇ ਵੀ ਗੁਰੂ ਸਾਹਿਬ ਨੇ ਵੱਡੇ ਮੰਦਰ ਵਾਸਤੇ ਜਗ੍ਹਾ ਇੱਥੇ ਛੱਡੀ ਹੈ ਜਿੱਥੇ ਹਰ ਇੱਕ ਦੁੱਖ ਉਹਦਾ ਚਮੜੀ ਦਾ ਰੋਗ ਕੀ ਆ ਕੋਈ ਵੀ ਦੁੱਖ ਆ ਸਰੀਰ ਦਾ ਉਹ ਸਭ ਇੱਥੇ ਆਉਣ ਤੇ ਕੱਟੇ ਜਾਂਦੇ ਆ। ਇਹ ਦਾਰੀ ਇੱਦਾਂ ਦਾ ਆ ਕਿਉਂਕਿ ਇੱਥੇ ਇਹ ਬੜਾ ਇਤਿਹਾਸਕ ਸ਼ਹਿਰ ਆ। ਇੱਥੇ ਮਾਤਾ ਗੁਜਰ ਕੌਰ ਜੀ ਵੀ ਜਿਨ੍ਹਾਂ ਦਾ ਵਿਆਹ ਵੀ ਇੱਥੇ ਹੋਇਆ ਆ। ਗੁਰੂ ਤੇਗ ਬਹਾਦਰ ਜੀ ਵਿਆਹੁਣ ਇੱਥੇ ਆਏ ਆ। ਵੀ ਅੱਗੇ ਵੀ ਆਏ ਹੈ ਅੱਗੇ ਡੈਡੀ ਨਾਲ ਆਏ ਸੀ ਪਹਿਲੀ ਵਾਰ ਲੈ ਕੇ ਆਏ ਸੀਗੇ। ਉਹ ਕਹਿੰਦੇ ਵੀ ਇੱਥੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਨੇ। ਹੁਣ ਮਿਲਦਾ ਮਨ ਨੂੰ ਬਹੁਤ ਜ਼ਿਆਦਾ ਸਾਡੇ ਇੱਕ ਆਪਣੇ ਰਿਸ਼ਤੇਦਾਰੀ ਸੀਗੇ ਜੀ ਸਾਡਾ ਸਾਲਾ ਸਾਹਿਬ ਉਹਨਾਂ ਦੇ ਵੀ ਥੋੜ੍ਹਾ ਪ੍ਰੋਬਲਮ ਸੀਗੀ ਸਰੀਰ ਦੇ ਵਿੱਚ ਚਮੜੀ ਦੇ ਵਿੱਚ। ਇੱਥੇ ਆਉਣ ਦੇ ਵਿੱਚ ਉਹ ਆਏ ਆ ਇਸ਼ਨਾਨ ਕੀਤਾ ਆ। ਹੁਣ ਉਹ ਬਾਹਰ ਦੀ ਧਰਤੀ ਤੇ ਆ ਬਿਲਕੁਲ ਠੀਕ ਆ ਉਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਕਿ ਜੇਕਰ ਗੁਰੂ ਚਰਨਾਂ ਦੇ ਵਿੱਚ ਸ਼ਰਧਾ ਤੇ ਭਾਵਨਾ ਦੇ ਨਾਲ ਅਰਦਾਸ ਕੀਤੀ ਜਾਵੇ ਤਾਂ ਗੁਰੂ ਸਾਹਿਬ ਨਾ ਸਿਰਫ ਤੁਹਾਨੂੰ ਖੁਸ਼ੀਆਂ ਤੁਹਾਡੀ ਝੋਲੀ 'ਚ ਪਾਉਂਦੇ ਨੇ ਬਲਕਿ ਤੁਹਾਡੇ ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਵੀ ਕਰਦੇ ਨੇ। ਅੱਜ ਅਸੀਂ ਇੱਕ ਅਜਿਹੇ ਪਵਿੱਤਰ ਸਥਾਨ ਦੇ ਉੱਤੇ ਮੌਜੂਦ ਹਾਂ ਜਿਸ ਸਥਾਨ ਨੂੰ ਸਾਹਿਬ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਤੇ ਛੇਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬਾਂ ਦੇ ਵੱਲੋਂ ਇਸ ਸਥਾਨ ਨੂੰ ਅਜਿਹਾ ਵਰ ਵੀ ਦਿੱਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਇਸ ਪੁਰਾਤਨ ਖੂਹ ਦਾ ਜਲ ਜੋ ਸਰੋਵਰ ਦੇ ਵਿੱਚ ਜਾਂਦਾ ਹੈ ਉਹ ਗੁਰੂ ਸਾਹਿਬ ਦੇ ਵੱਲੋਂ ਇਹ ਖੂਹ ਲਗਾਇਆ ਗਿਆ ਸੀ ਔਰ ਇਹ ਨਾ ਸਿਰਫ ਉਸ ਸਮੇਂ ਸੰਗਤ ਦੀ ਪਿਆਸ ਬੁਝਾਉਣ ਦੇ ਲਈ ਕੰਮ ਆਇਆ ਬਲਕਿ ਜੋ ਚਮੜੀ ਦੇ ਰੋਗ ਦੇ ਨਾਲ ਪੀੜਿਤ ਸੰਗਤ ਸੀ ਉਹਨਾਂ ਨੂੰ ਉਸ ਭਿਆਨਕ ਬਿਮਾਰੀ ਤੋਂ ਵੀ ਨਿਜਾਤ ਮਿਲੀ। ਇਸ ਪਵਿੱਤਰ ਅਸਥਾਨ ਦੇ ਬਾਰੇ ਇਸ ਪਵਿੱਤਰ ਖੂਹ ਦੇ ਬਾਰੇ ਇਤਿਹਾਸਕ ਖੂਹ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਗੁਰਦੁਆਰਾ ਗੰਗਸਰ ਸਾਹਿਬ ਦੇ ਵਿੱਚ ਮੌਜੂਦ ਹਾਂ। ਹੈੱਡ ਗ੍ਰੰਥੀ ਸਾਹਿਬ ਸਾਡੇ ਨਾਲ ਨੇ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਇਸ ਸਥਾਨ ਦੇ ਬਾਰੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਇਹ ਪੁਰਾਤਨ ਖੂਹ ਹੈ, ਇਤਿਹਾਸਕ ਖੂਹ ਹੈ, ਇਹ ਕਿਹਨਾਂ ਦੇ ਵੱਲੋਂ ਲਗਾਇਆ ਗਿਆ ਸੀ, ਕੀ ਇਸ ਦਾ ਇਤਿਹਾਸ ਹੈ? ਹਾਂਜੀ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਇਹ ਪਾਵਨ ਪਵਿੱਤਰ ਅਸਥਾਨ ਪੰਜਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਮੇਰੇ ਪੀਰੇ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਇਹਨਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਸੁਭਾਈਮਾਨ ਹੈ। ਇਹ ਜਿਹੜੀ ਕਰਤਾਰਪੁਰ ਦੀ ਥਾਂ ਹੈ ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਮਤ 1651 ਦੇ ਵਿੱਚ ਬਾਦਸ਼ਾਹ ਅਕਬਰ ਨੇ ਇਹ ਜਿਹੜੀ ਥਾਂ ਹੈ ਇਹ ਭੇਟਾ ਦਿੱਤੀ ਸੀ। ਗੁਰੂ ਸਾਹਿਬ ਜੀ ਨੇ ਇਸ ਥਾਂ ਨੂੰ ਭਾਗ ਲਾਏ
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਮਤ 1651 ਦੇ ਵਿੱਚ ਇਸ ਨਗਰ ਨੂੰ ਵਸਾਉਣਾ ਕੀਤਾ। ਸੰਗਤਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਸਾਨੂੰ ਪਾਣੀ ਦੀ ਲੋੜ ਹੈ, ਪਾਣੀ ਦੀ ਔਖਿਆਈ ਹੈ ਤੇ ਸਾਨੂੰ ਪਾਣੀ ਦਾ ਪ੍ਰਬੰਧ ਕਰਕੇ ਦਿਓ। ਗੁਰੂ ਸਾਹਿਬ ਜੀ ਨੇ ਸੰਗਤਾਂ ਦੀ ਜਿਹੜੀ ਬੇਨਤੀ ਹੈ ਉਹ ਪ੍ਰਵਾਨ ਕੀਤੀ ਤੇ ਗੁਰੂ ਸਾਹਿਬ ਜੀ ਨੇ ਸੰਮਤ 1656 ਵਿੱਚ ਇਹ ਜਿਹੜਾ ਖੂਹ ਹੈ ਆਪਣੇ ਹੱਥੀਂ ਲਵਾਇਆ ਸੀ। ਗੁਰੂ ਸਾਹਿਬ ਜੀ ਨੇ ਇਸ ਖੂਹ ਨੂੰ ਅਨੇਕਾਂ ਵਰ ਦਿੰਦਿਆਂ ਫਰਮਾਇਆ ਕਿ ਜਿਹੜਾ ਵੀ ਜੀਵ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸਦੇ ਮਾਨਸਿਕ ਅਤੇ ਜਿਹੜੇ ਤਨ ਦੇ ਰੋਗ ਹਨ ਉਹ ਠੀਕ ਹੋ ਜਾਣਗੇ। ਉਹਨਾਂ ਦੇ ਸੇਵਕ ਸੀ ਭਾਈ ਵਿਸਾਖੀ ਰਾਮ ਜੋ ਹਰਿਦੁਆਰ ਜਾ ਕੇ ਗੰਗਾ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਮਨਾ ਕੀਤਾ ਕਿ ਭਾਈ ਇੱਥੇ ਹੀ ਇਸ਼ਨਾਨ ਕਰ ਲੈ, ਇਹ ਵੀ ਗੰਗਾ ਦੇ ਬਰਾਬਰ ਹੀ ਰਚਿਆ ਗਿਆ ਹੈ, ਪਰ ਉਹ ਸਿੱਖ ਨਹੀਂ ਮੰਨਿਆ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਗੜਵਾ ਦਿੱਤਾ ਕਿ ਸਾਡੇ ਜਿਹੜਾ ਗੜਵਾ ਹੈ ਉਹ ਸਾਡਾ ਮਤਲਬ ਕਿ ਗੜਵਾ ਜਲ ਦਾ ਭਰ ਕੇ ਲਿਆਇਓ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਗੜਵਾ ਦਿੱਤਾ, ਸਿੱਖ ਗੜਵਾ ਲੈ ਗਿਆ। ਉੱਥੇ ਜਾ ਕੇ ਜਦੋਂ ਹਰਿਦੁਆਰ ਵਿੱਚ ਗੰਗਾ ਵਿੱਚ ਨਦੀ ਵਿੱਚ ਇਸ਼ਨਾਨ ਕੀਤਾ ਤਾਂ ਗੰਗਾ ਵਿੱਚ ਉਹ ਜਿਹੜਾ ਗੜਵਾ ਸੀ ਉਹ ਹੱਥੋਂ ਛੁੱਟ ਗਿਆ। ਹਾਂਜੀ, ਉਹਨੇ ਸਿੱਖ ਨੇ ਬਟੇਰਾ ਨੂੰ ਢੂੰਡਿਆ ਪਰ ਗੜਵਾ ਨਾ ਲੱਭਾ। ਇੱਕ ਹੋਰ ਗੜਵਾ ਲੈ ਕੇ ਇੱਥੇ ਆ ਕੇ ਸਤਿਗੁਰਾਂ ਅੱਗੇ ਰੱਖਿਆ। ਗੁਰੂ ਸਾਹਿਬ ਜੀ ਨੇ ਬੇਨਤੀ ਕੀਤੀ, ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਉਹ ਜਿਹੜਾ ਗੜਵਾ ਹੈ ਉਹ ਗੰਗਾ ਦੇ ਪ੍ਰਵਾਹ ਵਿੱਚ ਹੀ ਗਿਰ ਗਿਆ ਹੈ ਤੇ ਇੱਕ ਹੋਰ ਗੜਵਾ ਲੈ ਕੇ ਜਲ ਦਾ ਭਰ ਲਿਆ। ਗੁਰੂ ਸਾਹਿਬ ਜੀ ਨੇ ਉਸ ਸਿੱਖ ਦਾ ਜਿਹੜਾ ਵਹਿਮ ਸੀ ਉਹ ਦੂਰ ਕੀਤਾ। ਗੁਰੂ ਸਾਹਿਬ ਜੀ ਬਚਨ ਕੀਤਾ ਗੁਰੂ ਸਾਹਿਬ ਜੀ ਨੇ ਕਿ ਜਿਹੜਾ ਵੀ ਗੜਵਾ ਜਿਹੜਾ ਗੰਗਾ ਦੇ ਵਿੱਚ ਗਿਰਿਆ ਹੈ ਅਸੀਂ ਇਸ ਖੂਹ ਦੇ ਵਿੱਚੋਂ ਹੀ ਕਢਾ ਲਵਾਂਗੇ। ਗੁਰੂ ਸਾਹਿਬ ਜੀ ਇਸ ਖੂਹ ਦੇ ਕੋਲ ਉੱਠ ਕੇ ਆਏ ਤੇ ਬਚਨ ਕੀਤਾ ਹੈ ਗੰਗਾ ਜਿਹੜਾ ਗੜਵਾ ਸਾਡਾ ਉੱਥੇ ਲਿੱਤਾ ਹੈ ਉਹ ਇਸ ਖੂਹ ਦੇ ਵਿੱਚੋਂ ਦੇ ਦਿਓ। ਗੰਗਾ ਨੇ ਜਦੋਂ ਧੰਨ ਭਾਗ ਜਾਣ ਕੇ ਇਸ ਖੂਹ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਗੰਗਾ ਨੇ ਬੜੇ ਜ਼ੋਰ ਨਾਲ ਉਛਾਲਾ ਖਾਧਾ। ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਕੋਲ ਬੁਲਾਇਆ ਅਤੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦੇ ਕੇ ਉਹਦੇ ਕੋਲੋਂ ਉਹ ਜਿਹੜਾ ਹੈ ਉਹਦੇ ਹੱਥੀ ਉਹ ਜਿਹੜਾ ਗੜਵਾ ਉੱਥੇ ਡਿੱਗਿਆ ਸੀ ਹਰਿਦੁਆਰ ਗੰਗਾ ਨਦੀ ਵਿੱਚ ਉਹ ਇਸ ਖੂਹ ਦੇ ਵਿੱਚੋਂ ਪ੍ਰਗਟ ਕਰਵਾਇਆ। ਉਸ ਸਿੱਖ ਦਾ ਜਿਹੜਾ ਵਹਿਮ ਸੀ ਉਹ ਦੂਰ ਕੀਤਾ। ਗੁਰੂ ਸਾਹਿਬ ਜੀ ਨੇ ਫਿਰ ਬਚਨ ਕੀਤਾ ਕਿ ਜਿਹੜਾ ਵੀ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸ ਦੇ ਮਾਨਸਿਕ ਤੇ ਤਨ ਦੇ ਜਿਹੜੇ ਜੋ ਰੋਗ ਹਨ ਉਹ ਖਤਮ ਹੋ ਜਾਣਗੇ। ਇਹ ਖੂਹ ਦੇ ਵਿੱਚੋਂ ਬਾਬਾ ਜੀ ਅੱਜ ਵੀ ਜਲ ਆਉਂਦਾ ਹੈ ਜਿਸ ਤਰੀਕੇ ਨਾਲ ਇਹਨੂੰ ਕਵਰ ਕਰ ਦਿੱਤਾ ਗਿਆ ਹੁਣ ਵੀ ਜਿੱਦਾਂ ਗੇੜੀ ਵੀ ਪੁਰਾਣੀ ਲੱਗੀ ਹੋਊਗੀ ਕਾਫੀ ਸਮੇਂ ਦੀ ਪਹਿਲਾਂ ਦੀ। ਹਾਂਜੀ, ਇਹ ਪਹਿਲੋਂ ਦੀ ਜਿਹੜੀ ਪੁਰਾਤਨ ਹੈ ਉਹ ਗੇੜੀ ਲੱਗੀ ਹੋਈ ਹੈ ਹਾਲੇ ਵੀ। ਇਹਨੂੰ ਜਿਹੜਾ ਪੱਥਰ ਲਵਾਇਆ ਸੀ ਸੰਗਤਾਂ ਦੇ ਕਰਤਾਰਪੁਰ ਦੀ ਸੰਗਤ ਹੈ ਉਹਨਾਂ ਦੇ ਸਹਿਯੋਗ ਨਾਲ। ਕਰਤਾਰਪੁਰ ਦੀ ਜਿਹੜੀ ਸੰਗਤ ਹੈ ਉਹ ਬਹੁਤ ਜ਼ਿਆਦਾ ਇੱਥੋਂ ਦੀ ਸੇਵਾ ਕਰਦੀ ਹੈ, ਤਨ ਮਨ ਧਨ ਦੇ ਨਾਲ ਕਰਦੀ ਹੈ, ਸਰਦਾ ਭਾਵਨਾ ਦੇ ਨਾਲ ਕਰਦੀ ਹੈ। ਪਰ ਜਿਹੜਾ ਖੂਹ ਹੈ ਹਾਲੇ ਵੀ ਚੱਲ ਰਿਹਾ ਹੈ ਤੇ ਇਹਨਾਂ ਦਾ ਜਿਹੜਾ ਮਤਲਬ ਕਿ ਜਲ ਹੈ ਉਹ ਸਰੋਵਰ ਦੇ ਵਿੱਚ ਪਾਇਆ ਗਿਆ। ਸੰਗਤਾਂ ਬਹੁਤ ਇੱਥੇ ਆਣ ਕੇ ਸਰਦਾ ਭਾਵਨਾ ਕਰਕੇ ਇਸ਼ਨਾਨ ਕਰਦੀ ਹੈ ਤੇ ਜਿਹੜੇ ਉਹਨਾਂ ਦੇ ਸਰੀਰ ਦੇ ਰੋਗ ਹਨ ਉਹ ਮਤਲਬ ਕਿ ਠੀਕ ਹੋ ਜਾਂਦੇ ਨੇ ਤੇ ਸੰਗਤਾਂ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਵੀ ਕਰਦੀ ਹੈ। ਜਿਵੇਂ ਚਮੜੀ ਦੇ ਰੋਗਾਂ ਦਾ ਹੀ ਇੱਥੇ ਜ਼ਿਕਰ ਹੁੰਦਾ ਜਾਂ ਸੰਗਤ ਇੰਨੀ ਦੂਰੋਂ ਦੂਰੋਂ ਆਉਂਦੀ ਵੀ ਹੈ, ਵਿਦੇਸ਼ਾਂ ਤੋਂ ਸੰਗਤ ਵੀ ਆਉਂਦੀ ਹੈ ਇਸ ਚੀਜ਼। ਹਾਂਜੀ, ਇੱਥੋਂ ਜੇ ਤਕਰੀਬਨ ਜਿੰਨੇ ਵੀ ਦੇਸ਼ ਹੈਗੇ ਅਸੀਂ ਇੱਥੇ ਰਹਿੰਦੇ ਹਾਂ। ਗ੍ਰੰਥੀ ਸਿੰਘਾਂ ਸਾਨੂੰ ਮਤਲਬ ਕਿ ਚਲੋ ਸਾਡੇ ਨਾਲ ਉਹਨਾਂ ਦਾ ਮੇਲ ਮਿਲਾਪ ਹੁੰਦਾ। ਸੰਗਤ ਜਿਹੜੀ ਹੈ ਉਹ ਅਰਦਾਸ ਵੀ ਕਰਾਉਂਦੀ ਹੈ। ਅਸੀਂ ਪੁੱਛ ਵੀ ਲੈਂਦੇ ਕਿੱਥੋਂ ਆਏ, ਕਹਿੰਦੇ ਕੋਈ ਅਮਰੀਕਾ, ਕੋਈ ਕੈਨੇਡਾ, ਕੋਈ ਕਿਤੋਂ। ਕਾਫੀ ਸੰਗਤ ਇੱਥੇ ਇਸਨੇ ਮਤਲਬ ਕਿ ਇੱਥੋਂ ਇਸ਼ਨਾਨ ਕਰਕੇ ਤੇ ਸੰਗਤ ਜਿਹੜੀ ਹੈ ਉਹ ਗੁਰੂ ਸਾਹਿਬ ਜੀ ਦਾ ਜਿਹੜਾ ਸ਼ੁਕਰਾਨਾ ਕਰਦੀ। ਜਿਵੇਂ ਅਰਦਾਸ ਦੀ ਤੁਸੀਂ ਬਾਬਾ ਜੀ ਜ਼ਿਕਰ ਕੀਤਾ ਹੈ, ਜਦੋਂ ਅਰਦਾਸ ਕਰਦੇ ਹਾਂ ਤਾਂ ਸੁਭਾਵਿਕ ਤੌਰ ਦੇ ਉੱਤੇ ਜਿਹੜੀ ਸੰਗਤ ਆਉਂਦੀ ਹੈ ਜਿਨ੍ਹਾਂ ਨੂੰ ਆਰਾਮ ਮਿਲਦਾ ਹੋਊਗਾ, ਜਿਨ੍ਹਾਂ ਨੂੰ ਚਮੜੀ ਦੇ ਰੋਗ ਤੋਂ ਰਾਹਤ ਮਿਲਦੀ ਹੈ, ਫਿਰ ਅਰਦਾਸ ਵੀ ਇਸੇ ਤਰੀਕੇ ਦੀ ਹੁੰਦੀ ਹੈ। ਹਾਂਜੀ, ਉਹਨਾਂ ਦਾ ਜਿਹੜਾ ਕੋਈ ਦੁੱਖ ਹੋਵੇ ਉਸੇ ਤਰੀਕੇ ਨਾਲ ਮਿਲਾ ਕੇ ਉਹਨਾਂ ਦੀ ਅਰਦਾਸ ਕਰੀਦੀ। ਕੋਈ ਜਿਵੇਂ ਕੋਈ ਸਰੀਰ ਦੇ ਚਮੜੀ ਦੇ ਰੋਗ ਹੁੰਦੇ ਉਹਨਾਂ ਦੀ ਮਤਲਬ ਕਿ ਉਸ ਤਰ੍ਹਾਂ ਦੀ ਅਰਦਾਸ ਕਰਨੀ ਹੈ। ਕਿਸੇ ਦੀ ਕੋਈ ਇੱਛਾ ਹੈ ਉਹਨਾਂ ਦੀ ਇੱਛਾ ਦੇ ਮੁਤਾਬਿਕ ਜਿਹੜੀ ਹੈ ਅਰਦਾਸ ਕਰੀਦੀ। ਕੋਈ ਵੀ ਭਾਵਨਾ ਲੈ ਕੇ ਆਵੇ ਅਸੀਂ ਉਸੇ ਤਰੀਕੇ ਨਾਲ ਗੁਰੂ ਸਾਹਿਬ ਜੀ ਅੱਗੇ ਗੁਰੂ ਸਨਮੁਖ ਹੋ ਕੇ ਅਰਦਾਸ ਕਰਦੇ। ਜਿਵੇਂ ਮਾਨਸਿਕ ਤੌਰ ਦੇ ਉੱਤੇ ਵੀ ਗੱਲ ਕੀਤੀ ਹੈ ਤਾਂ ਫਿਰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਲੋਕ ਵੀ ਆਉਂਦੇ ਹੋਣਗੇ, ਉਹਨਾਂ ਨੂੰ ਵੀ ਵਾਹਿਗੁਰੂ ਦੀ ਕਿਰਪਾ ਨਾਲ ਅਰਦਾਸ ਬੇਨਤੀ ਕਰਦੇ ਨੇ ਤਾਂ ਉਹ ਵੀ ਠੀਕ ਹੁੰਦੇ ਨੇ। ਹਾਂਜੀ, ਇੱਥੇ ਜਿਹੜਾ ਵੀ ਕੋਈ ਮਾਨਸਿਕ ਹੋਵੇ ਤਨ ਦੇ ਰੋਗ ਕਰਕੇ ਜਾਂ ਕੋਈ ਆਪਣੀ ਇੱਛਾ ਵੀ ਲੈ ਕੇ ਕੋਈ ਪ੍ਰਗਟ ਆਵੇ, ਉਹਨਾਂ ਦੀ ਸਤਿਗੁਰੂ ਜੀ ਕਿਰਪਾ ਮਤਲਬ ਕਿ ਉਹਨਾਂ ਦੀ ਜਿਹੜੀ ਇੱਛਾ ਹੈ ਉਹ ਸੰਪੂਰਨ ਹੀ ਹੁੰਦੀ ਹੈ ਤੇ ਉਹਨਾਂ ਦੇ ਜਿਹੜੇ ਰੋਗ ਹਨ ਉਹ ਵੀ ਕੱਟੇ ਜਾਂਦੇ ਹਨ। ਤੇ ਇਹ ਅਸੀਂ ਕਈ ਵਾਰੀ ਦੇਖਿਆ ਵੀ ਹੈ, ਲੋਕੀ ਮਤਲਬ ਕਿ ਜਦੋਂ ਠੀਕ ਹੋ ਕੇ ਆਉਂਦੇ ਤੇ ਇੱਥੇ ਉਹਨਾਂ ਦਾ ਗੁਰੂ ਸਾਹਿਬ ਜੀ ਦਾ ਜਿਹੜਾ ਹੈ ਸ਼ੁਕਰਾਨਾ ਕਰਦੇ ਨੇ, ਪ੍ਰਸ਼ਾਦ ਲਿਆ ਕੇ ਭੇਟਾ ਪਾਉਂਦੇ ਨੇ ਤੇ ਉਹ ਜਿਹੜੇ ਅਰਦਾਸ ਕਰਕੇ ਤੇ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਨੇ ਕਿ ਬਾਬਾ ਜੀ ਅਸੀਂ ਠੀਕ ਹੋ ਗਏ ਹਾਂ
ਤੇ ਕਿਰਪਾ ਕੀਤੀ ਹੈ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਤੇ ਚਲੋ ਬਾਬਾ ਜਿਵੇਂ ਆਪਾਂ ਇੱਧਰ ਵੀ ਖੂਹ ਤਾਂ ਆਪਾਂ ਦੂਸਰੇ ਪਾਸਿਓਂ ਵੀ ਚੱਲ ਕੇ ਦੇਖਾਂਗੇ ਤਾਂ ਸੰਗਤ ਦੇ ਵਿੱਚ ਵੱਡੀ ਸ਼ਰਧਾ ਹੈ ਔਰ ਸੰਗਤ ਬੜੇ ਇੱਕ ਨਿਮਾਣੇ ਰੂਪ ਵਿੱਚ ਆਉਂਦੀ ਹੈ ਔਰ ਅਰਦਾਸ ਬੇਨਤੀ ਕਰਦੀ ਹੈ। ਖਾਸ ਤੌਰ ਦੇ ਉੱਤੇ ਜਿਹੜੀ ਸੰਗਤ ਚਮੜੀ ਦੇ ਰੋਗਾਂ ਤੋਂ ਪਰੇਸ਼ਾਨ ਹੈ ਜਾਂ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੈ ਤਾਂ ਉਹਨਾਂ ਨੂੰ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਇੱਥੇ ਇਸ਼ਨਾਨ ਕਰਕੇ ਇਸ ਇਤਿਹਾਸਕ ਪੁਰਾਤਨ ਪਵਿੱਤਰ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰਦੀ ਹੈ ਸੰਗਤ। ਔਰ ਇਹਨਾਂ ਚਮੜੀ ਦੇ ਰੋਗਾਂ ਦੀ ਗੱਲ ਕੀਤੀ ਜਾਵੇ ਜਾਂ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੋਂ ਸੰਗਤ ਨੂੰ ਨਿਜਾਤ ਮਿਲਦੀ ਹੈ। ਗੁਰਦੁਆਰਾ ਗੰਗਸਰ ਕਰਤਾਰਪੁਰ ਦੇ ਵਿੱਚ ਸੁਸ਼ੋਭਿਤ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਅਰਦਾਸ ਬੇਨਤੀ ਕਰਨ ਦੇ ਲਈ ਪਹੁੰਚਦੀ ਹੈ। ਤਾਂ ਜਿਸ ਤਰੀਕੇ ਨਾਲ ਸਿੰਘ ਸਾਹਿਬ ਨੇ ਵੀ ਦੱਸਿਆ ਕਿ ਭਾਈ ਸਾਹਿਬ ਨੇ ਦੱਸਿਆ ਵੀ ਅਮਰੀਕਾ ਕੈਨੇਡਾ ਦੀ ਸੰਗਤ ਤੱਕ ਵੀ ਇੱਥੇ ਆਉਂਦੀ ਹੈ ਤਾਂ ਇਹ ਉਹ ਪੁਰਾਣਾ ਖੂਹ ਦਾ ਜਿਹੜਾ ਦੂਸਰਾ ਹਿੱਸਾ ਜਿੱਥੋਂ ਪਾਣੀ ਆਉਂਦਾ ਵਾ ਬਈ ਇਹ ਜਿਵੇਂ ਇਹ ਟਿੰਡਾਂ ਵਗੈਰਾ ਲੱਗੀਆਂ ਇਹ ਕਾਫੀ ਸਮੇਂ ਦੀਆਂ ਪੁਰਾਣੀਆਂ ਨੇ। ਹਾਂਜੀ, ਇਹ ਮਤਲਬ ਕਿ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਪੁਰਾਣੀ ਹੈ। ਇਹਨੂੰ 3-4 ਸਾਲ ਹੀ ਹੋ ਗਏ ਨੇ। ਇਹਨਾਂ ਦੀ ਜਿਹੜੀ ਮਤਲਬ ਕਿ ਸੇਵਾ ਕਰਾਈ ਹੈ ਸੰਗਤਾਂ ਦੇ ਸਹਿਯੋਗ ਨਾਲ, ਉਹਨਾਂ ਨੂੰ ਪੱਥਰ ਲਵਾਤਾ। ਬਾਕੀ ਆ ਜਿਹੜਾ ਖੂਹ ਹੈ ਜਾਂ ਮਤਲਬ ਕਿ ਇਹ ਥਾਂ ਹੈ ਇਹ ਪੁਰਾਤਨ ਹੀ ਹੈ, ਗੁਰੂ ਸਾਹਿਬ ਜੀ ਦੇ ਹੁੰਦੇ ਹਨ। ਤਾਂ ਫਿਰ ਇਹ ਜਿਹੜੀਆਂ ਟਿੰਡਾਂ ਹੁਣ ਵੀ ਚੱਲਦੀਆਂ ਨੇ ਅੱਜ ਵੀ ਜਾਂ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ? ਹਾਲੇ ਵੀ ਚੱਲਦੀਆਂ ਨੇ। ਅੱਛਾ, ਹਾਂ ਹਾਂਜੀ। ਤਾਂ ਪਾਣੀ ਦੀ ਵਰਤੋਂ ਫਿਰ ਇੱਥੋਂ ਪਾਈਪਲਾਈਨ ਪਾ ਕੇ ਦੂਸਰੇ ਪਾਸੇ ਸਰੋਵਰ ਨੂੰ ਭੇਜੀ? ਹਾਂਜੀ, ਇਹ ਜਿਹੜਾ ਮੋਟਰ ਲਵਾਈ ਹੋਈ ਹੈ, ਮੋਟਰ ਲੱਗ ਕੇ ਤੇ ਜਿਹੜਾ ਮੋਟਰ ਦਾ ਰਾਹੀਂ ਜਿਹੜਾ ਪਾਣੀ ਹੈ ਉਹ ਸਰੋਵਰ ਨੂੰ ਪਾਇਆ ਗਿਆ। ਅੱਛਾ ਬਈ ਪ੍ਰਬੰਧ ਕਿਵੇਂ ਚੱਲਦੇ ਨੇ ਗੁਰਦੁਆਰਾ ਸਾਹਿਬ ਦੇ? ਕੌਣ ਪ੍ਰਬੰਧ ਦੇਖ ਰਿਹਾ ਗੁਰਦੁਆਰਾ ਸਾਹਿਬ ਦੇ? ਪਰਮ ਸਨਮਾਨਯੋਗ ਬੀਬੀ ਜਗੀਰ ਕੌਰ ਜੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਜੀ, ਉਹਨਾਂ ਦੀ ਦੇਖ ਰੇਖ ਅਤੇ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਸੰਗਤਾਂ ਦੇ ਕਰਤਾਰਪੁਰ ਦੀ ਸੰਗਤ ਹੈ ਉਹਨਾਂ ਦੇ ਸਹਿਯੋਗ ਨਾਲ ਬਹੁਤ ਹੀ ਇਸ ਦਾ ਜਿਹੜਾ ਪ੍ਰਬੰਧ ਹੈ ਉਹ ਨਿਭਾਇਆ ਜਾ ਰਿਹਾ। ਕੋਈ ਸੰਗਤ ਵੀ ਇੱਥੇ ਮੌਜੂਦ ਹੈ, ਸੰਗਤ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਪਹੁੰਚੀ ਹੈ। ਭਾਈ ਸਾਹਿਬ ਕਿੱਥੋਂ ਆਏ ਹੋ ਜੀ, ਕੀ ਨਾਮ? ਲੁਧਿਆਣੇ ਤੋਂ ਆਏ ਹਾਂ। ਭਾਈ ਸਾਹਿਬ ਜਿਸ ਤਰੀਕੇ ਦੇ ਨਾਲ ਇਸ ਸਥਾਨ ਦੇ ਇਤਿਹਾਸ ਹੈ, ਪੁਰਾਤਨ ਖੂਹ ਹੈ ਇੱਥੇ ਗੁਰੂ ਸਾਹਿਬ ਦੇ ਵੱਲੋਂ ਲਗਾਇਆ ਗਿਆ ਤਾਂ ਮੰਨਿਆ ਜਾਂਦਾ ਹੈ ਵੀ ਇੱਥੇ ਚਮੜੀ ਦੇ ਰੋਗਾਂ ਦਾ ਨਾਸ਼ ਹੁੰਦਾ ਹੈ, ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਜਦੋਂ ਇਸ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰਦੇ ਆ। ਕਿੱਦਾਂ ਦੀ ਸ਼ਰਧਾ ਤੇ ਭਾਵਨਾ ਲੈ ਕੇ ਆਏ ਹੋ ਮਨ 'ਚ? ਦੇਖੋ ਜੀ, ਇਹ ਤਾਂ ਬਹੁਤ ਚਿਰ ਦਾ ਇਹ ਸੁਣਿਆ ਹੋਵੇ ਵੀ ਸਾਰੇ ਪਾਸੇ ਤਾਂ ਚੱਲਦਾ ਪਿਆ ਹੈ ਵੀ ਇੱਥੇ ਦਾ ਕੋਈ ਜ਼ਿਆਦਾ ਇਸ ਗੱਲ ਦਾ ਵੀ ਹੈਗਾ ਵੀ ਇੱਥੇ ਦੇ ਚਮੜੀ ਦੇ ਰੋਗਾਂ ਦਾ ਹੁੰਦਾ ਠੀਕ, ਹੁੰਦੇ ਵੀ ਨੇ ਠੀਕ, ਇਹ ਵੀ ਗੱਲ ਨਾਲ ਹੈਗਾ। ਹਾਂ, ਤੇ ਜਿਹੜਾ ਵੀ ਕੋਈ ਇੱਥੋਂ ਜਲ ਲੈ ਜਾਵੇ ਆਪਣੇ ਘਰੇ, ਉਹ ਵੀ ਘਰੇ ਜਾ ਕੇ ਇਸ਼ਨਾਨ ਕਰ ਲੈਂਦਾ ਆਪਣਾ। ਉਹ ਵੀ ਉੱਥੇ ਘਰੇ ਵੀ ਆਪਦੇ ਜਿਹੜਾ ਇੱਥੇ ਨਹੀਂ ਆ ਸਕਦਾ ਉਹ ਜਲ ਨਾਲ ਵੀ ਇਸ਼ਨਾਨ ਕਰ ਸਕਦਾ ਘਰ ਜਾ ਕੇ। ਹਾਂ, ਉਹਦਾ ਵੀ ਘਰੇ ਜਾ ਕੇ ਵੀ ਉੱਥੇ ਵੀ ਠੀਕ ਹੁੰਦਾ। ਤੁਸੀਂ ਭਾਈ ਸਾਹਿਬ ਕੀ ਨਾਂ ਤੁਹਾਡਾ ਜੀ, ਕਿੱਥੋਂ ਆਏ ਹੋ? ਮੇਰਾ ਰਾਜਵਿੰਦਰ ਆ ਜੀ, ਮੈਂ ਆਪਣੇ ਲੁਧਿਆਣੇ ਤੋਂ ਆ ਰਿਹਾ ਹਾਂ। ਕਿੰਨੀ ਦੇਰ ਤੋਂ ਇਸ ਸਥਾਨ ਦੇ ਉੱਤੇ ਨਤਮਸਤਕ ਹੋ ਰਹੇ ਹੋ ਤੁਸੀਂ? ਸਰ ਜੀ ਮੈਂ ਤਾਂ ਹਜੇ ਇਸ ਵੇਲੇ ਫਸਟ ਟਾਈਮ ਆ ਰਿਹਾ ਵਾਂ। ਉਸ ਤਰ੍ਹਾਂ ਸਾਡੇ ਆਪਣੇ ਮੇਰੇ ਬ੍ਰਦਰ ਇਨ ਲਾਅ ਨੇ ਤੇ ਇਹ ਜਿਹੜੀ ਕਾਫੀ ਵਾਰੀ ਆ ਚੁੱਕੇ ਨੇ। ਮਹਿਸੂਸ ਕਿਵੇਂ ਕਰ ਰਹੇ ਹੋ ਜਿਸ ਤਰੀਕੇ ਦਾ ਮਾਹੌਲ ਵਾਤਾਵਰਨ ਹੈ, ਗੁਰਬਾਣੀ ਦਾ ਪ੍ਰਵਾਹ ਚੱਲ? ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਆਪਣੇ ਤੀਰਥ ਸਥਾਨ। ਯਾਨੀ ਜਿੱਦਾਂ ਹੁਣ ਆਪਣੇ ਇਹਨਾਂ ਨੇ ਦੱਸਿਆ ਸਾਨੂੰ ਆਪਣੇ ਵੀ ਇੱਦਾਂ ਕਰਕੇ ਵੀ ਇੱਥੇ ਜਿਹੜੇ ਇਹਨਾਂ ਨੇ ਪੰਡਤ ਜੀ ਨੇ ਲੋਟਾ ਕੱਢੇ ਆਪਣੇ, ਫਿਰ ਕਹਿੰਦੇ ਵੀ ਜਿਹੜੀ ਜਦੋਂ ਗੰਗਾ ਇੱਥੇ ਪ੍ਰਗਟ ਹੋਈ ਤੇ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੀ ਇੱਥੇ ਵੀ ਮਹਾਦੇਵ ਦੇ ਵੀ ਦਰਸ਼ਨ, ਫਿਰ ਕਹਿੰਦੇ ਵੀ ਤਾਂ ਕਰਕੇ ਵੀ ਗੁਰੂ ਸਾਹਿਬ ਨੇ ਆਪਣੇ ਮੰਦਰ ਵਾਸਤੇ ਜਗ੍ਹਾ ਇੱਥੇ ਛੱਡੀ ਹੈ ਜੀ। ਵੀ ਉਸੇ ਕਰਕੇ ਕਹਿੰਦੇ ਵੀ ਜਿਹੜੀ ਉਹ ਸਰੋਵਰ ਰੱਖਿਆ ਵੀ ਉਹਦੇ ਵਿੱਚ ਜਿੱਥੇ ਜੋੜ ਵੀ ਇਸ਼ਨਾਨ ਕਰੇਗਾ ਉਹਦੇ ਸਭ ਰੋਸ ਕਸ਼ਟ ਦੂਰ ਹੋ ਜਾਣਗੇ। ਤਾਂ ਬਿਲਕੁਲ ਮਨ ਦੇ ਵਿੱਚ ਸ਼ਰਧਾ ਹੈ, ਭਾਵਨਾ ਹੈ ਸੰਗਤ ਦੇ ਮਨ ਵਿੱਚ। ਭਾਈ ਸਾਹਿਬ ਕੀ ਨਾਂ ਔਰ ਕਿੱਥੋਂ ਆਏ ਤੁਸੀਂ? ਅਸੀਂ ਜੀ ਲੋਕਲ ਹੀ ਰਹਿੰਦੇ, ਸਾਡਾ ਲਾਗੇ ਪਿੰਡ ਹੈ ਖਾਲਮਾ ਜੀ। ਬਈ ਜਿਸ ਤਰੀਕੇ ਦੇ ਨਾਲ ਸੰਗਤ ਇੱਥੇ ਆਉਂਦੀ ਹੈ, ਮਨ 'ਚ ਸ਼ਰਧਾ ਤੇ ਭਾਵਨਾ ਲੈ ਕੇ ਆਉਂਦੀ ਹੈ, ਚਮੜੀ ਦੇ ਰੋਗੀ ਜ਼ਿਆਦਾ ਇੱਥੇ ਸੰਗਤ ਜਿਹੜੀ ਹੈ ਉਹ ਨਤਮਸਤਕ ਹੁੰਦੀ ਹੈ, ਰੋਗਾਂ ਤੋਂ ਨਿਜਾਤ ਮਿਲਦੀ ਹੈ। ਤੁਸੀਂ ਕਾਫੀ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਆ ਰਹੇ ਹੋਵੋਗੇ ਇੱਥੇ ਇਸ਼ਨਾਨ ਕਰਨ ਦੇ ਲਈ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਕਿਸ ਤਰੀਕੇ ਦੀ ਸ਼ਰਧਾ ਹੁੰਦੀ ਸੰਗਤ ਦੇ ਮਨਾਂ 'ਚ? ਦੇਖੋ ਜੀ, ਇਹ ਜਿਹੜਾ ਸਥਾਨ ਆ ਇਹ ਪੰਜਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਨਗਰ ਕਰਤਾਰਪੁਰ ਜੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਚੌਥੀ ਜੰਗ ਲੜੀ ਆ। ਬਹੁਤ ਹੀ ਇਤਿਹਾਸਕ ਸ਼ਹਿਰ ਆ ਜੋ ਪੰਜਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਕਰਤਾਰਪੁਰ ਸ਼ਹਿਰ, ਜਿੱਥੇ ਹਰ ਇੱਕ ਦੁੱਖ ਉਹਦਾ ਚਮੜੀ ਦਾ ਰੋਗ ਕੀ ਆ, ਕੋਈ ਵੀ ਦੁੱਖ ਆ ਸਰੀਰ ਦਾ, ਉਹ ਸਭ ਇੱਥੇ ਆਉਣ 'ਤੇ ਕੱਟੇ ਜਾਂਦੇ ਆ। ਇਹ ਦਾਰੀ ਇੱਦਾਂ ਦਾ ਆ ਕਿਉਂਕਿ ਇੱਥੇ ਇਹ ਬੜਾ ਇਤਿਹਾਸਕ ਸ਼ਹਿਰ ਆ। ਇੱਥੇ ਮਾਤਾ ਗੁਜਰ ਕੌਰ ਜੀ ਵੀ, ਜਿਨ੍ਹਾਂ ਦਾ ਵਿਆਹ ਵੀ ਇੱਥੇ ਹੋਇਆ ਆ, ਗੁਰੂ ਤੇਗ ਬਹਾਦਰ ਜੀ ਵਿਆਹੁਣ ਇੱਥੇ ਆਏ ਆ। ਹੋਰ ਲਾ ਲਓ ਵੀ ਥੰਮ ਸਾਹਿਬ ਗੁਰਦੁਆਰਾ ਬਾਜ਼ਾਰ ਦੇ ਵਿੱਚ, ਚਵੱਚਾ ਸਾਹਿਬ ਆ, ਚੌਪੜ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਕੌਲਾਂ ਦਾ ਸੰਸਕਾਰ ਵੀ ਆਪਣੇ ਹੱਥੀਂ ਕੀਤਾ। ਇਹ ਬਹੁਤ ਧਾਰਮਿਕ
ਬਹੁਤ ਕਰਮਾਂ ਵਾਲੀ ਧਰਤੀ ਆ ਜਿੱਥੇ ਸਾਡੇ ਪਾਤਸ਼ਾਹ ਆਏ ਆ। ਬਹੁਤ ਸਾਰੇ ਲੋਕਾਂ ਦੇ ਪ੍ਰਮਾਣ ਤੁਹਾਨੂੰ ਮਿਲਦੇ ਹੋਣਗੇ ਜਿਹੜੇ ਇੱਥੇ ਚਮੜੀ ਦੇ ਰੋਗ ਤੋਂ ਪ੍ਰਭਾਵਿਤ ਹੋ ਕੇ ਆਉਂਦੇ ਨੇ। ਤੁਹਾਡੇ ਹੋ ਸਕਦਾ ਕੁਝ ਰਿਸ਼ਤੇਦਾਰੀਆਂ ਚੋਂ ਦੂਰੋਂ ਦਰੇਡੇ ਤੁਹਾਡੇ ਨਾਲ ਵੀ ਸੰਪਰਕ ਕਰਦੇ ਹੋਣਗੇ ਇੱਥੇ ਆਉਣ ਵਾਸਤੇ ਵੀ ਆਪਾਂ ਆਉਣਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਇਦਾਂ ਦੇ ਪ੍ਰਮਾਣ ਮਿਲਦੇ ਨੇ। ਚਮੜੀ ਦੇ ਰੋਗੀ ਵੀ ਠੀਕ ਹੁੰਦੇ ਨੇ। ਹਾਲਾਂਕਿ ਗੁਰੂ ਘਰ ਦੇ ਵਿੱਚ ਅਰਦਾਸ ਕਰਦੇ ਆ ਤਾਂ ਉਹ ਕਹਿੰਦੇ ਨੇ ਵੀ ਗੁਰੂ ਸਾਹਿਬ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਦੇ ਹੀ ਨੇ। ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਇਸ ਸਥਾਨ ਤੇ ਆਉਣ ਦੇ ਵਿੱਚ ਜੋ ਵੀ ਚਮੜੀ ਦੇ ਰੋਗ ਆ ਸਾਰੇ ਹੀ ਕੱਟੇ ਜਾਂਦੇ ਆ। ਕਿਉਂਕਿ ਸਾਡੇ ਇੱਕ ਆਪਣੇ ਰਿਸ਼ਤੇਦਾਰੀ ਸੀਗੇ ਜੀ, ਸਾਡਾ ਸਾਲਾ ਸਾਹਿਬ, ਉਹਨਾਂ ਦੇ ਵੀ ਥੋੜਾ ਪ੍ਰੋਬਲਮ ਸੀਗੀ ਸਰੀਰ ਦੇ ਵਿੱਚ, ਚਮੜੀ ਦੇ ਵਿੱਚ। ਇੱਥੇ ਆਉਣ ਦੇ ਵਿੱਚ ਉਹ ਆਏ ਆ, ਇਸ਼ਨਾਨ ਕੀਤਾ ਆ, ਹੁਣ ਉਹ ਬਾਹਰ ਦੀ ਧਰਤੀ ਤੇ ਆ, ਬਿਲਕੁਲ ਠੀਕ ਆ ਉਹ। ਕਿਉਂਕਿ ਸਾਨੂੰ ਖੁਦ ਅਸੀਂ ਇਸ ਦਰ ਤੇ ਆਉਨੇ ਆ, ਲੋਕਲ ਸਾਡਾ ਪਿੰਡ ਆ ਲਾਗੇ, ਅਸੀਂ ਕਾਫੀ ਚਿਰ ਤੋਂ ਇੱਥੇ ਆਉਨੇ ਆ। ਸਾਨੂੰ ਮਹਾਰਾਜ ਨੇ ਬੜਾ ਕੁਝ ਦਿੱਤਾ ਜੀ, ਬੜੇ ਆਨੰਦ ਆ ਜੀ, ਪੂਰੀ ਖੁਸ਼ੀ ਜਿਹਾ। ਸਾਡੇ ਬੱਚੇ ਵੀ ਇੱਥੋਂ ਬਾਹਰ ਗਏ ਆ ਜਿਨ੍ਹਾਂ ਨੇ ਅਰਦਾਸ ਬੇਨਤੀਆਂ ਇੱਥੇ ਕੀਤੀਆਂ, ਬੜੀ ਮਾਲਕ ਨੇ ਕਿਰਪਾ ਕੀਤੀ ਜੀ। ਤਾਂ ਹਰ ਸਿੱਖ ਜਾਂ ਹਰ ਜਿਹੜੀ ਸੰਗਤ ਹੈ ਉਸ ਦੇ ਮਨ ਦੇ ਵਿੱਚ ਸ਼ਰਧਾ ਤੇ ਸਤਿਕਾਰ ਇਹੀ ਹੈ ਕਿ ਗੁਰੂ ਘਰ ਦੇ ਵਿੱਚ ਜਦੋਂ ਆਉਨੇ ਆ ਤਾਂ ਇੱਥੇ ਆ ਕੇ ਅਰਦਾਸ ਬੇਨਤੀ ਕਰਦੇ ਆ। ਭੈਣ ਜੀ ਕੀ ਨਾਂ ਔਰ ਕਿੱਥੋਂ ਆਏ ਤੁਸੀਂ? ਅਸੀਂ ਧੀਣਾ ਤੋਂ ਆਏ ਜੀ। ਕਿੰਨੀ ਦੇਰ ਹੋ ਗਈ ਇੱਥੇ ਗੁਰਦੁਆਰਾ ਸਾਹਿਬ ਨਤਮਸਤਕ ਹੁੰਦਿਆਂ ਨੂੰ? ਤੁਹਾਨੂੰ ਕਿੰਨੇ ਕੁ ਸਾਲ ਹੋ ਗਏ? ਕਾਫੀ ਚਿਰ ਹੋ ਗਿਆ ਜੀ। ਜਿਵੇਂ ਇੱਥੇ ਮੰਨਿਆ ਜਾਂਦਾ ਵੀ ਚਮੜੀ ਦੇ ਰੋਗਾਂ ਦਾ ਨਾਸ਼ ਹੋ ਜਾਂਦਾ ਇੱਥੇ, ਜਾਂ ਜਦੋਂ ਆਪਾਂ ਕੋਈ ਸ਼ਰਧਾ ਤੇ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਦੇ ਆ ਤਾਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਦੁੱਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ। ਤੁਸੀਂ ਵੀ ਮਨ ਦੇ ਵਿੱਚ ਇਦਾਂ ਦੀ ਸ਼ਰਧਾ ਹੈ? ਹਾਂਜੀ ਹਾਂਜੀ ਜ਼ਰੂਰ ਜੀ, ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਇੱਥੇ। ਤਾਂ ਸੰਗਤ ਦੇ ਮਨ ਦੇ ਵਿੱਚ ਇਹੀ ਖੁਸ਼ੀ ਹੈ, ਇਹੀ ਖੁਸ਼ੀ ਹੈ। ਤੁਸੀਂ ਕਿੱਥੋਂ ਆਏ ਹੋ? ਕੀ ਨਾਂ ਤੁਹਾਡਾ? ਲੁਧਿਆਣੇ ਤੋਂ ਹੀ ਆਏ ਹਾਂ ਜੀ ਅਸੀਂ। ਕਿੰਨੀ ਕੁ ਦੇਰ ਹੋ ਗਈ ਇੱਥੇ ਆਉਂਦਿਆਂ ਨੂੰ? ਅਸੀਂ ਦੂਜੀ ਵਾਰੀ ਆਏ ਹਾਂ ਜੀ ਇੱਥੇ। ਕਿਵੇਂ ਲੱਗਦਾ ਇੱਥੇ ਆ ਕੇ? ਬਹੁਤ ਵਧੀਆ ਲੱਗਦਾ ਸਾਨੂੰ ਇੱਥੇ। ਹਾਂਜੀ ਬਹੁਤ ਵੀ ਅੱਗੇ ਵੀ ਆਏ ਹਾਂ, ਅੱਗੇ ਡੈਡੀ ਨਾਲ ਆਏ ਸੀ, ਪਹਿਲੀ ਵਾਰ ਲੈ ਕੇ ਆਏ ਸੀਗੇ। ਉਹ ਕਹਿੰਦੇ ਵੀ ਇੱਥੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਨੇ। ਸਕੂਨ ਮਿਲਦਾ ਮਨ ਨੂੰ ਆ ਕੇ? ਬਹੁਤ ਜ਼ਿਆਦਾ ਜੀ। ਤਾਂ ਸੰਗਤ ਦੇ ਮਨ ਨੂੰ ਸਕੂਨ ਵੀ ਮਿਲਦਾ ਹੈ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ। ਮੈਂ ਅਰਦਾਸ ਵੀ ਕਰਦੇ ਨੇ ਬਾਬਾ ਜੀ, ਆਪਾਂ ਜੇ ਸਰੋਵਰ ਦੇ ਉਧਰ ਦਰਸ਼ਨ ਕਰਦੇ ਆ, ਜੇ ਜਾ ਸਕਦੇ ਹੋ ਉਸ ਸਾਈਡ ਤੇ, ਤਾਂ ਜਿਸ ਤਰੀਕੇ ਨਾਲ ਬਾਬਾ ਜੀ ਸੰਗਤ ਹੈ ਇੱਥੇ, ਫਿਰ ਸੰਗਤ ਦਾ ਆਉਣਾ ਕਿਵੇਂ? ਕੋਈ ਦਿਨ ਭਰ ਮਿੱਥ ਕੇ ਆਉਂਦੀ ਹੈ ਸੰਗਤ? ਕਦੋਂ ਇੱਥੇ ਜ਼ਿਆਦਾ ਹੁੰਦਾ ਸੰਗਤ ਦੀ ਜਿਹੜੀ ਆਮਦ ਹੈ? ਇਹ ਉਹਨਾਂ ਦੀ ਸਰਦਾ ਹੁੰਦੀ ਜੀ। ਉਹ ਭਾਵੇਂ ਕੋਈ ਐਤਵਾਰ ਵੀ ਲਾ ਸਕਦੇ, ਮੱਸਿਆ ਪੁੰਨਾ ਵੀ ਲਿਆ ਸਕਦੇ, ਤੇ ਪਰ ਉਹਨਾਂ ਦੀ ਜਿਹੜੀ ਇੱਛਾ ਹੈ ਜਾਂ ਕੋਈ ਕਾਸ਼ਟ ਹੈ ਉਹਨਾਂ ਦੇ ਸਰੀਰ ਨੂੰ, ਉਹ ਇੱਥੋਂ ਜਦੋਂ ਮਤਲਬ ਕਿ ਹਾਜ਼ਰੀ ਭਰਦੇ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਦੇ ਨੇ, ਤੇ ਜਿਹੜਾ ਉਹਨਾਂ ਦਾ ਦੁੱਖ ਹੈ ਉਹ ਠੀਕ ਹੋ ਜਾਂਦਾ। ਅੱਛਾ ਬਾਬਾ ਜੀ, ਇਹ ਠੀਕ ਹੋ ਜਾਵੇ ਤੇ ਉਦੋਂ ਗੁਰੂ ਸਾਹਿਬ ਜੀ ਦਾ ਜਿਹੜਾ ਹੈ ਕੋਟਾਨ ਕੋਟ ਸ਼ੁਕਰਾਨਾ ਕਰਦੇ ਨੇ। ਤਾਂ ਇਹ ਜਿਹੜਾ ਜਲ ਹੈ ਸਰੋਵਰ ਦੇ ਵਿੱਚ, ਇਹ ਉਸੇ ਖੂਹ ਦਾ ਹੀ ਆ ਰਿਹਾ ਹੈ? ਹਾਂਜੀ ਹਾਂਜੀ, ਇਹ ਉਹ ਜਿਹੜੀ ਖੂਹ ਦੇ ਵਿੱਚ ਮੋਟਰ ਲੱਗੀ ਹੋਈ ਹੈ, ਮੋਟਰ ਦੇ ਰਾਹੀਂ ਜਿਹੜਾ ਖੂਹ ਦੇ ਵਿੱਚ ਮਤਲਬ ਕਿ ਜਿਹੜਾ ਖੂਹ ਦਾ ਜਲ ਹੈ ਉਹ ਮਤਲਬ ਕਿ ਸਰੋਵਰ ਦੇ ਵਿੱਚ ਜਲ ਪਾਇਆ ਗਿਆ ਹੈ। ਤਾਂ ਜਿਵੇਂ ਬਾਬਾ ਜੀ ਫਿਰ ਜ਼ਿਆਦਾ ਸੰਗਤ ਮੱਸਿਆ ਨੂੰ ਪੁੰਨਿਆਂ ਨੂੰ ਆਉਂਦੀ ਹੈ, ਜਿਵੇਂ ਕੋਈ ਇਹਦੇ ਵਿੱਚ ਇਹ ਵੀ ਹੁੰਦਾ ਹੈ ਵੀ ਇਸ ਦਿਨ ਨੂੰ ਸੰਗਤ ਦਾ ਆਉਣਾ ਹੁੰਦਾ ਹੈ, ਜਾਂ ਅਰਦਾਸ ਬੇਨਤੀ ਦੇ ਲਈ ਕੋਈ ਦਿਨ ਵੀ ਸੰਗਤ ਮਿੱਥ ਕੇ ਆਉਂਦੀ ਹੈ? ਹਾਂਜੀ, ਇੱਕ ਤੇ ਮੱਸਿਆ ਪੁੰਨਿਆ ਹੋ ਗਈ, ਇੱਕ ਐਤਵਾਰ ਨੂੰ ਕਾਫੀ ਸੰਗਤ ਕਾਫੀ ਮਤਲਬ ਕਿ ਇੱਥੇ ਸਰਦਾ ਭਾਵਨਾ ਦੇ ਨਾਲ ਆਉਂਦੀ ਹੈ। ਹਾਂਜੀ, ਜਿਹੜੀ ਮੱਸਿਆ ਪੁੰਨਿਆ ਇੱਥੇ ਮੇਲਾ ਲੱਗਦਾ ਹੁੰਦਾ ਹੈ। ਹਾਂਜੀ, ਦੀਵਾਨ ਲੱਗਦੇ ਨੇ ਤੇ ਉਹਨਾਂ ਕਰਕੇ ਸੰਗਤ ਦੀ ਵੀ ਕਾਫੀ ਆਵਾਜਾਈ ਹੁੰਦੀ ਹੈ। ਤਾਂ ਇੱਥੋਂ ਜਲ ਵੀ ਲੈ ਜਾਂਦੀ ਹੈ ਸੰਗਤ ਔਰ ਇੱਥੇ ਆ ਕੇ ਇਸ਼ਨਾਨ ਵੀ ਕਰਦੀ ਹੈ? ਜੇ ਕੋਈ ਸੰਗਤ ਨੂੰ ਕੋਈ ਕਾਸ਼ਟ ਹੋਵੇ, ਸਰੀਰ ਕਰਕੇ ਨਹੀਂ ਆ ਸਕਦੀ, ਦੂਰ ਹੋਵੇ, ਇੱਥੋਂ ਕੈਂਦੀ ਭਰ ਕੇ ਲੈ ਜਾਂਦੇ ਨੇ, ਉੱਥੋਂ ਜਾ ਕੇ ਇਸ਼ਨਾਨ ਕਰਦੇ ਨੇ। ਲੰਗਰਾਂ ਦੇ ਪ੍ਰਬੰਧ ਜਾਂ ਹੋਰ ਵਿਵਸਥਾ ਕਿਸ ਪ੍ਰਕਾਰ ਨਾਲ ਚੱਲ ਰਹੀ ਹੈ ਇੱਥੇ ਜੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਸਥਾਨ ਹੈ ਅਧੀਨ ਹੈ, ਤੇ ਇੱਥੇ ਜਿਹੜਾ ਲੰਗਰ ਹੈ ਚਾਹ ਦਾ ਵੀ, ਤੇ ਜਿਹੜਾ ਲੰਗਰ ਹੈ ਪ੍ਰਸ਼ਾਦੇ, ਇਹ 24 ਘੰਟੇ ਖੁੱਲ੍ਹਾ ਹੀ ਹੁੰਦਾ ਜੀ। ਹਾਂਜੀ, ਜਦੋਂ ਮਰਜ਼ੀ ਆ ਜਾਵੇ ਸੰਗਤ ਨੂੰ ਲੰਗਰ ਮਿਲਦਾ, ਚਾਹ ਮਿਲਦੀ ਹੈ ਇੱਥੋਂ। ਰਹਿਣ ਦਾ ਵੀ ਵਿਵਸਥਾ ਹੈਗੀ ਹੈ ਸੰਗਤ ਲਈ? ਹਾਂਜੀ, ਇੱਥੇ ਸਰਾਂ ਬਣੀ ਹੋਈ ਹੈ। ਜੇ ਕੋਈ ਯਾਤਰੂ ਆ ਜਾਵੇ ਦੂਰੋਂ ਜਾਂ ਕਿਤੋਂ ਵੀ, ਤੇ ਇੱਥੇ ਸਰਾਂ ਦਾ ਪ੍ਰਬੰਧ ਹੈ, ਉਹਨੂੰ ਕਮਰਾ ਦਿੱਤਾ ਜਾਂਦਾ ਹੈ। ਹਾਂਜੀ, ਆਪਣਾ ਐਡਰੈਸ ਲਿਖਾ ਕੇ ਤੇ ਸੰਗਤ ਨੂੰ ਕਮਰਾ ਦੇ ਇੱਥੇ ਮਿਲ ਜਾਂਦਾ ਹੈ। ਜਿਵੇਂ ਬਹੁਤ ਸਾਰੀ ਸੰਗਤ ਇਦਾਂ ਵੀ ਹੋਊਗੀ, ਅਖੰਡ ਪਾਠ ਸਾਹਿਬ ਵੀ ਸੁੱਖ ਦੀ ਹੋਊਗੀ, ਜਾਂ ਆਪਾਂ ਚਲੋ ਸਾਡੇ ਮਹਾਰਾਜ ਦੇ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣਾ ਤਾਂ ਹਰ ਬੰਦਾ ਚਾਹੁੰਦਾ ਹੈ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਈਏ। ਤਾਂ ਗੁਰੂ ਸਾਹਿਬ ਦੇ ਇੱਥੇ ਚਰਨਾਂ ਜਦੋਂ ਰੋਗੀ ਠੀਕ ਹੁੰਦਾ ਹੈ ਫਿਰ ਉਹ ਦੁਬਾਰਾ ਇੱਥੇ ਅਰਦਾਸ ਬੇਨਤੀ ਕਰਾਉਣ ਲਈ ਵੀ ਆਉਂਦਾ ਹੈ? ਹਾਂਜੀ, ਉਹਨਾਂ ਦੀ ਸਰਦਾ ਜਦੋਂ ਪੂਰੀ ਹੋ ਜਾਵੇ, ਜਾਂ ਉਹਨਾਂ ਦੀ ਜਿਹੜੀ ਕੋਈ ਬਿਮਾਰੀ ਠੀਕ ਹੋ ਜਾਵੇ, ਜਾਂ ਕੋਈ ਵੀ ਇੱਛਾ ਪੂਰੀ ਹੋ ਜਾਵੇ, ਤੇ ਇੱਥੇ ਆਣ ਕੇ ਉਹ ਅਖੰਡ ਪਾਠ ਵੀ ਕਰਾਉਂਦੇ ਨੇ। ਹਾਂਜੀ, ਉਹਨਾਂ ਦੀ ਸਰਦਾ ਇਹ ਵੀ ਹੁੰਦੀ ਨੇ ਬਾਬਾ ਜੀ ਅਸੀਂ ਅਖੰਡ ਪਾਠ ਕਰਾਉਣਾ, ਤੇ ਅਸੀਂ ਜਿਹੜਾ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਅਸਥਾਨ ਤੇ ਦੀਵਾਨ ਸਜਾਉਂਦੇ ਸਨ, ਉਸ ਅਸਥਾਨ ਦਾ ਨਾਮ ਗੁਰਦੁਆਰਾ ਮੰਜੀ ਸਾਹਿਬ ਹੈ, ਜਿੱਥੇ ਅੱਜ ਕੱਲ੍ਹ ਅਖੰਡ ਪਾਠ ਚੱਲਦੇ ਨੇ। ਅੱਛਾ ਬਾਬਾ ਜੀ, ਜਿਵੇਂ ਆਪਾਂ ਗੱਲ ਕੀਤੀ ਹੈ ਚਮੜੀ ਦੇ ਰੋਗ ਠੀਕ ਹੋ ਜਾਂਦੇ ਨੇ, ਸੰਗਤ ਫਿਰ ਤਾਂ ਮੈਨੂੰ ਲੱਗਦਾ ਵੀ ਜਦੋਂ ਸ਼ਰਧਾ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਤਾਂ ਸੰਗਤ ਮੈਨੂੰ ਲੱਗਦਾ ਦਵਾਈ ਖਾਣੀ ਵੀ ਛੱਡ ਜਾਂਦੀ ਹੋਊਗੀ, ਵੀ ਬਿਲਕੁਲ ਤੰਦਰੁਸਤ ਹੋ ਜਾਂਦੀ? ਹਾਂਜੀ, ਉਹਨਾਂ ਦੀ ਜਦੋਂ ਸੰਗਤ ਉਦੋਂ ਹੁੰਦੀ ਹੈ ਜਦੋਂ ਚਾਰੇ ਪਾਸੋਂ ਥੱਕ ਜਾਵੇ ਨਾ,
ਡਾਕਟਰਾਂ ਕੋ ਵੀ ਵੈਦਾਂ ਕੋ ਹਕੀਮਾਂ ਕੋ ਤੇ ਫਿਰ ਗੁਰੂ ਮਤਲਬ ਕਿ ਚਰਨਾਂ ਵਿੱਚ ਸਰਦਾ ਧਾਰ ਕੇ ਆਉਂਦੀ ਹੈ ਸੰਗਤ। ਫਿਰ ਲੋਕਾਂ ਨੂੰ ਪਤਾ ਲੱਗਦਾ ਵੀ ਕਰਤਾਰਪੁਰ ਜਿਹੜਾ ਇੱਕ ਹੈਗਾ ਖੂਹ ਹੈ, ਉਹਦਾ ਜਲ ਜਿਹੜਾ ਉਹ ਸਰੋਵਰ ਦੇ ਵਿੱਚ ਪਾਇਆ, ਉਹਦੇ ਅਸੀਂ ਇਸ਼ਨਾਨ ਕਰਾਂਗੇ ਤੇ ਉਹਦੇ ਨਾਲ ਜਿਹੜਾ ਕਸ਼ਟ ਹੈ ਉਹ ਦੂਰ ਹੋ ਜਾਊਗਾ। ਤੇ ਸਰਦਾ ਜਦੋਂ ਮਤਲਬ ਕਿ ਸੰਗਤ ਸਾਰੇ ਚਾਰੇ ਪਾਸੋਂ ਮਤਲਬ ਕਿ ਦੁਖੀ ਹੋ ਜਾਵੇ ਤੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੀ ਹੈ ਸੰਗਤ। ਜਦੋਂ ਕੋਈ ਕਿਸੇ ਪਾਸੇ ਰਾਹ ਨਹੀਂ ਲੱਭਦਾ ਉਦੋਂ ਫਿਰ ਗੁਰੂ ਦੇ ਚਰਨ ਦਿਖਦੇ ਨੇ ਸੰਗਤ ਨੂੰ, ਜਾਂ ਹਰ ਬੰਦੇ ਤੋਂ ਇਹੀ ਆਸ ਹੁੰਦੀ ਹੈ ਵੀ ਸਾਨੂੰ ਗੁਰੂ ਤੋਂ ਜਿਹੜਾ ਮੈਂ ਇੱਕ ਵਾਰੀ ਸੰਗਤ ਨੂੰ ਵੀ ਅਪੀਲ ਕਰਨੀ ਚਾਹੁੰਦਾ ਵੀ ਅਸੀਂ ਕਦੀ ਵੀ ਮੈਡੀਕਲ ਸਾਇੰਸ ਨੂੰ ਚੈਲੰਜ ਨਹੀਂ ਕੀਤਾ ਹੈ, ਨਾ ਅਸੀਂ ਕਹਿੰਦੇ ਆ ਵੀ ਦਵਾਈ ਖਾਣੀ ਗਲਤ ਹੈ, ਜਾਂ ਕਿਉਂਕਿ ਡਾਕਟਰੀ ਦੇ ਵਿੱਚ ਹਰ ਚੀਜ਼ ਦਾ ਇਲਾਜ ਹੈ। ਪਰ ਮੈਂ ਇਸ ਅਸਥਾਨ ਦੇ ਬਾਰੇ ਦਰਸ਼ਨ ਤੁਹਾਨੂੰ ਇਸ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਕੋਸ਼ਿਸ਼ ਇਹ ਵੀ ਕਰ ਰਿਹਾ ਵੀ ਲੋਕ ਜਿਹੜੀ ਸੰਗਤ ਹੈ ਉਹ ਕਿਸ ਸ਼ਰਧਾ ਤੇ ਭਾਵਨਾ ਦੇ ਨਾਲ ਆਉਂਦੀ ਹੈ, ਜੋ ਇਸ ਅਸਥਾਨ ਨੂੰ ਵਰ ਜਿਹੜਾ ਹੈ ਉਹ ਪਿਛਲੇ ਜਿਹੜਾ ਸਦੀਆਂ ਤੋਂ ਮਿਲਿਆ ਹੋਇਆ ਗੁਰੂ ਸਾਹਿਬਾਨਾਂ ਦਾ ਜਿਹੜਾ ਉਹ ਵਰ ਮਿਲਿਆ ਹੋਇਆ, ਉਸ ਦੇ ਵਿੱਚ ਜੋ ਸੰਗਤ ਦੀ ਅੱਜ ਵੀ ਸ਼ਰਧਾ ਮੌਜੂਦ ਹੈ ਉਸ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਨਾ ਕਿ ਅਸੀਂ ਕਿਸੇ ਮੈਡੀਕਲ ਸਾਇੰਸ ਨੂੰ ਚੈਲੰਜ ਕਰ ਰਹੇ ਹਾਂ। ਤਾਂ ਬਾਬਾ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਸੇਵਾ ਨਿਭਾਉਂਦਿਆਂ? ਇੱਥੇ 10 ਸਾਲ ਦੇ ਕਰੀਬ ਹੋਣ ਲੱਗੇ ਨੇ। ਤੇ ਇੱਥੇ ਇੱਕ ਲੜਕੀ ਆਈ ਸੀ, ਕੁੜੀ ਆਈ ਸੀ ਜੀ, ਉਹ ਅੰਦਰ ਉਹਨਾਂ ਨੇ ਅਰਦਾਸ ਕਰਾਈ, ਚਮੜੀ ਦਾ ਉਹਨਾਂ ਨੂੰ ਰੋਗ ਸੀ ਜੀ, ਤੇ ਉਹ ਜਿਹੜਾ ਮਤਲਬ ਕਿ ਸਰੀਰ ਦੇ ਵਿੱਚ ਨਾ ਬਹੁਤ ਜ਼ਿਆਦਾ ਖਾਰਸ਼ ਹੁੰਦੀ ਸੀ ਜੀ, ਤੇ ਉਹ ਜਿਹੜੀ ਕੁੜੀ ਨਾ ਬਹੁਤ ਜ਼ਿਆਦਾ ਅੰਦਰ ਰੋਣ ਲੱਗ ਪਈ ਫੁੱਟ ਕੇ। ਕਹਿੰਦੇ ਬਾਬਾ ਜੀ ਮੈਂ ਨਾ ਬਹੁਤ ਜ਼ਿਆਦਾ ਦੁਖੀ ਹਾਂ ਤੇ ਕਿਰਪਾ ਕਰੋ, ਮੇਰੀ ਅਰਦਾਸ ਕਰੋ, ਮੈਂ ਠੀਕ ਹੋ ਜਾਵਾਂ। ਪਰ ਮੈਨੂੰ ਬੜਾ ਤਰਸ ਆਇਆ, ਮੈਂ ਕਿਹਾ ਹੁਣ ਮੈਂ ਕੀ ਕਰਾਂ, ਚਲੋ ਗੁਰੂ ਸਾਹਿਬ ਜੀ ਅੱਗੇ ਚਰਨਾਂ 'ਚ ਬੇਨਤੀ ਕਰਾਂਗੇ, ਨਾਲੇ ਇੱਥੇ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਤੇ ਤੁਸੀਂ ਇੱਥੋਂ ਹੀ ਇਸ਼ਨਾਨ ਕਰੋ, 5 ਕੋਈ ਐਤਵਾਰ ਲਾ ਲਿਓ ਜਾਂ ਸੋਮਵਾਰ ਲਾ ਲਿਓ ਤੇ ਹਾਜ਼ਰੀ ਭਰ ਕੇ ਇੱਥੇ ਇਸ਼ਨਾਨ ਕਰਕੇ ਜਾਇਆ ਕਰੋਗੇ ਤੁਸੀਂ। ਤੇ ਉਹਨਾਂ ਨੇ ਚਲੋ ਸਰਦਾ ਭਾਵਨਾ ਜਦੋਂ ਚਾਰੋਂ ਪਾਸੋਂ ਥੱਕ ਗਏ ਦਵਾਈ ਖਾ ਕੇ ਇੱਥੇ ਆਏ ਮੁੜ ਕੇ, ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਪਰ ਇੱਕ ਵਾਰੀ ਇਸ਼ਨਾਨ ਕੀਤਾ, ਦੂਜੀ ਵਾਰੀ ਜਦੋਂ ਫਿਰ ਉਹਨਾਂ ਨੇ ਹਾਜ਼ਰੀ ਭਰੀ ਅਗਲੇ ਐਤਵਾਰ, ਤੇ ਉਹ ਕਹਿੰਦੇ ਬਾਬਾ ਜੀ ਉਹਨੂੰ ਬੜਾ ਫਰਕ ਹੈ। ਮੈਂ ਕਿਹਾ ਚਲੋ ਮਹਾਰਾਜ ਨੇ ਕਿਰਪਾ ਕੀਤੀ, ਹੌਲੀ ਹੌਲੀ ਤੀਜਾ ਐਤਵਾਰ ਆ ਗਿਆ, ਚੌਥਾ ਆ ਗਿਆ, ਪੰਜਵਾਂ ਆ ਗਿਆ, ਹੁਣ ਉਹ ਆਉਂਦੇ ਨਹੀਂ ਗਏ। ਅਰਦਾਸ ਉਹਨਾਂ ਦਾ ਗੁਰੂ ਸਾਹਿਬ ਜੀ ਦਾ ਜਿਹੜਾ ਸ਼ੁਕਰਾਨਾ ਕਰਾ ਕੇ ਤੇ ਚਲੇ ਗਏ, ਪਰ ਉਹ ਪੂਰੇ ਤਰੀਕੇ ਨਾਲ ਠੀਕ ਹੋ ਗਏ। ਮੈਨੂੰ ਫੋਨ ਆਇਆ ਸੀ ਤੇ ਹਾਂਜੀ ਇਹ ਬੜਾ ਵੱਡਾ ਪ੍ਰਮਾਣ ਹੈ ਇਸ ਗੱਲ ਦਾ, ਗੁਰੂ ਸਾਹਿਬ ਦੀ ਜੇ ਆਸਥਾ ਦੇ ਨਾਲ ਆਪਾਂ ਨਤਮਸਤਕ ਹੁੰਦੇ ਆ ਤਾਂ ਗੁਰੂ ਸਾਹਿਬ ਫਲ ਵੀ ਦਿੰਦੇ। ਹਾਂਜੀ, ਉਹਨਾਂ ਦੇ ਜਿਹੜੇ ਪਿਤਾ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕਿ ਮੈਨੂੰ ਪਿਆਰ ਕੀਤਾ, ਕਹਿੰਦੇ ਬਾਬਾ ਜੀ ਬਹੁਤ ਜ਼ਿਆਦਾ ਮਤਲਬ ਕਿ ਖੁਸ਼ੀ ਹੋਈ ਮੈਨੂੰ ਤੇ ਇਸ ਸਥਾਨ ਤੇ ਆਣ ਕੇ ਜਿਹੜਾ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਸੀਗੇ ਵੀ ਜਿਹੜੇ ਸਰੀਰ ਕਰਕੇ ਜਾਂ ਕੋਈ ਵੀ ਕਸ਼ਟ ਹੋਵੇ ਉਹ ਨਿਵਰਤ ਹੋ ਜਾਂਦੇ ਨੇ। ਪਰ ਅਸੀਂ ਦੇਖਿਆ ਨਹੀਂ ਸੀ, ਪਰ ਹੁਣ ਅੱਖੀ ਦੇਖ ਲਿਆ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਅੱਖੀ ਦਿਖਾਇਆ ਤੇ ਹੁਣ ਵੀ ਉਹ ਮੰਨਦੇ ਨੇ ਬਾਬਾ ਜੀ ਬਹੁਤ ਜ਼ਿਆਦਾ ਆਪ ਜੀ ਦਾ ਮਤਲਬ ਕਿ ਸ਼ੁਕਰਾਨਾ ਹੈ। ਹਾਂਜੀ, ਤੇ ਤੁਸੀਂ ਸਾਡੇ 'ਤੇ ਕਿਰਪਾ ਕੀਤੀ। ਮੈਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਅਸੀਂ ਕੀ ਕਰਨ ਵਾਲੇ ਕਿਰਪਾ। ਤੇ ਉਹਨਾਂ ਦਾ ਫੋਨ ਵੀ ਆਉਂਦਾ ਨੇ ਜੀ, ਤੇ ਬੜਾ ਮਤਲਬ ਕਿ ਉਹ ਕਰਦੇ ਨੇ, ਕਹਿੰਦੇ ਚਲੋ ਕੋਈ ਗੱਲ ਨਹੀਂ ਮਹਾਰਾਜ ਉਹ ਠੀਕ ਹੋ ਗਈ ਸਾਡੀ ਲੜਕੀ, ਤੇ ਉਹ ਵੀ ਗੱਲਬਾਤ ਕਰਦੇ ਨੇ ਗੁਰੂ ਸਾਹਿਬ ਦਾ। ਬਾਬਾ ਸੰਗਤ ਨੂੰ ਕੋਈ ਅਪੀਲ ਕਰਨੀ ਚਾਹੁੰਦੇ, ਮੈਂ ਇੱਕ ਗੱਲ ਦਾ ਥੋੜਾ ਜਿਹਾ ਹੋਰ ਦੱਸ ਦਿਓ ਵੀ 5 ਐਤਵਾਰ ਜਾਂ ਚਲੋ ਗੁਰੂ ਘਰ ਤਾਂ ਹਰ ਰੋਜ਼ ਜਾਣਾ ਚਾਹੀਦਾ ਹੈ, ਕੁਝ ਜਿਵੇਂ ਕਈ ਵਾਰ ਕੋਈ ਪੀੜਤ ਹੈ ਤਾਂ ਉਸ ਨੂੰ ਫਿਰ ਨੇਚਾ ਦੇ ਨਾਲ 5 ਐਤਵਾਰ ਆਉਣਾ ਪੈਂਦਾ। ਹਾਂਜੀ, ਇਹ ਉਹਨਾਂ ਦੇ ਸਰਦਾ ਦੀ ਗੱਲ ਹੁੰਦੀ ਹੈ ਵੀ ਬਾਬਾ ਜੀ ਕਿੰਨੀ ਮਤਲਬ ਕਿ ਪੁੰਨੀ ਆਈਏ ਜਾਂ ਐਤਵਾਰ ਲਾ ਲਈਏ, ਉਹ ਆਪਣੇ ਸਰਦਾ ਵਿੱਚ ਧਾਰ ਕੇ ਨਾ ਮਨ ਦੇ ਵਿੱਚ ਫਿਰ ਮਤਲਬ ਕਿ 5 ਐਤਵਾਰ ਜਾਂ ਸੋਮਵਾਰ ਰੱਖ ਲਓ, ਉਹਨਾਂ ਦੇ ਵਿੱਚ ਠੀਕ ਹੋ ਜਾਂਦੇ ਨੇ। ਹਾਂਜੀ, ਉਹਨਾਂ ਦੀ ਇਹ ਸ਼ਰਧਾ ਹੁੰਦੀ ਹੈ। ਕੋਈ ਸੰਗਤ ਨੂੰ ਬਾਬਾ ਜੀ ਅਪੀਲ ਕਰਨੀ ਚਾਹੁੰਦੇ ਹੋ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਤੁਹਾਨੂੰ ਦੇਖ ਰਹੀ ਹੈ, ਜਾਂ ਬਹੁਤ ਸਾਰੇ ਸੰਗਤ ਨੂੰ ਸ਼ਾਇਦ ਅਜੇ ਤੱਕ ਇਸ ਸਥਾਨ ਦੇ ਬਾਰੇ ਨਹੀਂ ਪਤਾ ਹੋਵੇ ਤਾਂ ਚਮੜੀ ਦੇ ਰੋਗ ਤੋਂ ਪੀੜਤ ਹੋਣ, ਹਾਲਾਂਕਿ ਆਪਾਂ ਵਾਰ-ਵਾਰ ਕਹਿੰਦੇ ਹਾਂ ਵੀ ਆਪਣੀ ਮੈਡੀਕਲ ਜਿਹੜੀ ਹੈ ਉਹ ਟ੍ਰੀਟਮੈਂਟ ਉਹ ਵੀ ਕੰਟੀਨਿਊ ਰੱਖਦੇ ਨੇ, ਪਰ ਜੇ ਸ਼ਰਧਾ ਤੇ ਵਿਸ਼ਵਾਸ ਕਰਨਾ ਹੈ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਅਰਦਾਸ ਕਰਨੀ ਹੈ, ਜਾਂ ਜਿਸ ਤਰੀਕੇ ਨਾਲ ਵਰ ਇਸ ਅਸਥਾਨ ਨੂੰ ਮਿਲਿਆ ਵੀ ਜਦੋਂ ਇਸ਼ਨਾਨ ਕਰਦੇ ਹਾਂ ਤਾਂ ਉਹ ਸਾਰੇ ਰੋਗ ਨਸ਼ਟ ਹੋ ਜਾਂਦੇ ਨੇ, ਤਾਂ ਕੁਝ ਸੰਗਤ ਨੂੰ ਅਪੀਲ ਕਰਨੀ ਚਾਹੁੰਦਾ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਗਾ, ਭਾਵੇਂ ਦੂਰ ਦੁਰੇਡਿਆਂ ਤੋਂ ਆਵੇ, ਦੇਸਾਂ ਪ੍ਰਦੇਸਾਂ ਤੋਂ ਆਵੇ, ਜੇ ਜਿਨ੍ਹਾਂ ਨੂੰ ਨਹੀਂ ਵਿਸ਼ਵਾਸ ਹੈ ਇੱਥੇ ਤੇ ਆਣ ਕੇ ਇੱਕ ਵਾਰੀ ਹਾਜ਼ਰੀ ਭਰ ਲਵੇ, ਤੇ ਜਿਹੜੇ ਕੋਈ ਚਮੜੀ ਦੇ ਰੋਗ ਹਨ ਜੇ ਨਾ ਇੱਥੋਂ ਠੀਕ ਹੋਏ ਤੇ ਫਿਰ ਅਸੀਂ ਚਲੋ ਮੰਨਾਂਗੇ, ਪਰ ਇੱਕ ਵਾਰੀ ਸਾਡੀ ਇੱਛਾ ਕਿ ਇੱਥੇ ਸਰਦਾ ਭਾਵਨਾ ਕਰਕੇ ਇੱਥੇ ਇਸ਼ਨਾਨ ਜਿਹੜਾ ਹੈ ਉਹ ਕਰਕੇ ਜਾਵੇ। ਹਾਂਜੀ, ਤਾਂ ਬਿਲਕੁਲ ਬਾਬਾ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਇੱਥੇ ਇਸ ਅਸਥਾਨ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ, ਪ੍ਰਮਾਣ ਦੱਸੇ ਜਿਸ ਤਰੀਕੇ ਦੀ ਸੰਗਤ ਇੱਥੇ ਆਈ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਫਤਿਹ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਸਨ ਇੱਥੇ ਗੁਰਦੁਆਰਾ ਗੰਗਸਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਹਰੀਰਾਜ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਵਿਸਥਾਰ ਦੇ ਵਿੱਚ ਇਸ ਸਥਾਨ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ, ਔਰ
ਗੱਲ ਸਿਰਫ ਵਿਸ਼ਵਾਸ ਦੀ ਹੈ, ਗੱਲ ਸਿਰਫ ਸ਼ਰਧਾ ਤੇ ਭਾਵਨਾ ਦੀ ਹੈ। ਗੁਰੂ ਚਰਨਾਂ ਦੇ ਵਿੱਚ ਕੀਤੀ ਅਰਦਾਸ ਕਦੇ ਵੀ ਵਿਅਰਥੀ ਨਹੀਂ ਜਾਂਦੀ। ਤਾਂ ਇਹੀ ਇਸ ਅਸਥਾਨ ਦੇ ਨਾਲ ਗੱਲ ਜੁੜੀ ਹੋਈ ਹੈ ਕਿ ਜਦੋਂ ਇੱਥੇ ਕੋਈ ਮਾਨਸਿਕ ਜਾਂ ਫਿਰ ਚਮੜੀ ਦਾ ਰੋਗੀ ਸੱਚੇ ਮਨ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਦਾ ਹੈ ਤਾਂ ਉਸ ਦੇ ਦੁੱਖਾਂ ਕਲੇਸ਼ਾਂ ਦਾ ਸਦਾ ਦੇ ਲਈ ਨਾਸ ਹੋ ਜਾਂਦਾ ਹੈ, ਉਸ ਨੂੰ ਦਵਾਈਆਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਤੁਹਾਨੂੰ ਸਾਡੀ ਅੱਜ ਦੀ ਇਹ ਖਾਸ ਰਿਪੋਰਟ ਕਿੱਦਾਂ ਦੀ ਲੱਗੀ, ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਆਪਣੀ ਰਾਏ ਤੇ ਸੁਝਾਅ ਸਾਂਝਾ ਕਰ ਸਕਦੇ ਹੋ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਗੁਰਦੁਆਰਾ ਸ੍ਰੀ ਗੰਗਸਰ ਸਾਹਿਬ।